अस्सलाम वालेकुम दोस्तों, मैं हूं मोहम्मद इमरान अली और मेरे साथ हैं साजिद नसीम भट्ट साहब। दोस्तों, आज भट्ट साहब आपको अपनी खाला जमीला की एक ऐसी कहानी सुनाने के लिए जा रहे हैं जिसको सुनने के बाद हो सकता है भट्ट साहब के लिए फ़ैमिली में कुछ मसाइल हो जाएं। क्योंकि भट्ट साहब से जब मैंने ये कहानी सुनी थी तो मैंने भट्ट साहब से कहा, भट्ट साहब इस कहानी को हम दोस्तों के साथ शेयर करते हैं क्योंकि इसके अंदर बड़ा एक मॉरल छुपा है। इस कहानी के अंदर एक सबक है, एक मैसेज है उन फैमिलीज़ के लिए जिनके साथ ऐसे मसाइल होते हैं जैसा कि खाला जमीला के साथ हुआ। तो भट्ट साहब बड़ी मुश्किल से माने। भट्ट साहब कहते हैं यार कोई मसला ना हो जाए फैमिली के अंदर। मैंने कहा भट्ट साहब ऐसी कोई बात नहीं है, इस कहानी को सुनने के बाद लोगों को सीख मिलेगी, एक पॉजिटिव स्टोरी है तो दोस्तों के साथ हमें लाजमी शेयर करनी चाहिए। दोस्तों चलते हैं साजिद नसीम भट्ट साहब की तरफ और उनसे सुनते हैं इनकी सगी खाला जमीला की कहानी। जी भट्ट साहब। ਜ਼ਿੰਦਗੀ 'ਚ ਕੁਛ ਐਸੇ ਹਾਲਾਤ ਵਾਕਿਆਤ ਆ ਜਾਂਦੇ ਨੇ ਜਿਹੜੇ ਨਾ ਦਿਮਾਗ ਦੇ ਉੱਤੇ ਨਕਸ਼ੋ ਨਿਗਾਰ ਕਰ ਲੈਂਦੇ ਨੇ ਔਰ ਉਹ ਭੁਲਾਏ ਨਹੀਂ ਭੁੱਲਦੇ, ਕਿਉਂਕਿ ਇਹੋ ਜਿਹੇ ਵਾਕਿਆਤ ਕਦੀ ਇਨਸਾਨ ਦੇ ਨਾਲ ਹੁੰਦੇ ਨੇ, ਲੇਕਿਨ ਇਹ ਵਾਕਿਆਤ ਹਰ ਇਨਸਾਨ ਦੇ ਨਾਲ ਪੇਸ਼ ਆ ਸਕਦੇ ਨੇ, ਹੋਏ ਵੀ ਹੋਣਗੇ। ਜੀ ਜੀ ਬਿਲਕੁਲ। ਸਾਡੀ ਖਾਲਾ ਸੀ, ਬਿਲਕੁਲ ਸਕੀ ਖਾਲਾ ਸੀ ਸਾਡੀ, ਉਹਦਾ ਨਾਂ ਸੀ ਜਮੀਲਾ। ਤੇ ਉਹਨਾਂ ਦੀ ਨਾ ਉਮਰ ਕੁਛ ਥੋੜੀ ਨਾ ਜ਼ਿਆਦਾ ਹੋ ਗਈ ਸੀ ਤੇ ਉਮਰ ਜਦੋਂ ਜ਼ਿਆਦਾ ਹੋ ਗਈ ਸੀ ਤੇ ਉਹ ਰਿਸ਼ਤਾ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਪ੍ਰੋਬਲਮ ਹੁੰਦੀਆਂ ਨੇ। मतलब उनकी शादी नहीं हुई थी अभी? ਹਾਂਜੀ, ਸ਼ਾਦੀ ਨਹੀਂ ਹੋਈ ਸੀ ਤੇ ਉਹ ਨਾ ਇੱਕ ਰਿਸ਼ਤਾ ਆਇਆ ਸਾਨੂੰ, ਲੇਕਿਨ ਉਮਰ ਛੋਟਾ ਸੀ ਤੇ ਮੁੰਡਾ ਕੁਛ ਕੰਮ ਨਹੀਂ ਕਰਦਾ ਸੀ। ਇਹ ਛੋਟੀ ਥੀ ਖਾਲਾ ਜਮੀਲਾ से आपकी? ਹਾਂਜੀ, ਖਾਲਾ ਜਮੀਲਾ ਦੀ ਉਮਰ ਜ਼ਰਾ ਵੱਡੀ ਗਈ ਸੀ ਤੇ ਉਹਦੀ ਉਮਰ ਛੋਟੀ ਸੀ। ਬਹਰਹਾਲ ਸ਼ਾਦੀ ਸ਼ੁਦੀ ਹੋ ਗਈ, ਤੰਗ ਸ਼ੰਗ ਹੋ ਕੇ ਜਿਸ ਤਰ੍ਹਾਂ ਵੀ ਮਤਲਬ ਹੈ ਕਿ ਸ਼ਾਦੀ ਹੋ ਗਈ और ना वो बच्चा भी एक हो गया, बेटा भी हो गया। उसे छोटी उम्र के उसके साथ? हाँ जी, छोटी लड़का सी ते ਉਹਦੇ ਨਾਲ ਸ਼ਾਦੀ भी हो गई ਤੇ ਉਹ फर्क कितना था? बड़ा कितने साल का था? 5 साल का, 6 साल, 7 साल? 4-5 साल ਦਾ ਫਰਕ 4-5 साल का फर्क था। ਲੇਕਿਨ ਇਹ ਕਿ ਔਰਤਾਂ ਅਕਸਰ ਨਾ ਜ਼ਿਆਦਾ ਹੋ ਜਾਂਦੀ ਨੇ, ਮਤਲਬ ਕੋਈ ਔਰਤ ਮੋਟੀ ਹੁੰਦੀ ਹੈ ਤੇ ਫਿਰ ਉਹਦਾ ਨਾ ਪਤਾ ਵੀ ਲੱਗਦਾ ਕਿ ਉਹਦਾ ਜਿਸਮ ਵੀ ਭਰਾ ਗਿਆ। ਜੀ ਜੀ ਬਿਲਕੁਲ। ਘਰ 'ਚ ਕੋਈ ਨਾਚਾਕੀਆਂ ਜਾਂ ਪੈਦਾ ਹੋ ਗਈਆਂ। ਅੱਛਾ। ਔਰ ਬੰਦਾ ਵੀ ਇਹਦੇ ਨਾਲ ਕੰਮ ਸ਼ਾਮ ਨਹੀਂ ਕਰਦਾ ਸੀ ਕੁਝ ਜ਼ਿਆਦਾ, ਬਸ ਮਜ਼ਦੂਰੀ ਲੱਗੀ ਨਾ ਲੱਗੀ, ਥੋੜਾ ਬਹੁਤਾ ਨਸ਼ਾ ਵੀ ਕਰ ਲਿੱਤਾ। ਇਸੇ ਤਰ੍ਹਾਂ ਫਿਰ ਉਹਨਾਂ ਜ਼ੋਰ ਕੋਪ ਵੀ ਕਰਨ ਲੱਗ ਪਿਆ, ਮਾਰਨ ਵੀ ਲੱਗ ਪਿਆ। ਤੇ ਉਹਨਾਂ ਨਾਲ ਇੱਕ ਸਹੇਲੀ ਸੀ, ਉਹਦੇ ਕੋਲ ਉਹਨੇ ਦੱਸਿਆ ਯਾਰ ਮੇਰਾ ਮੀਆਂ ਨਾ ਇਸ ਤਰ੍ਹਾਂ ਮੈਨੂੰ ਬਹੁਤ ਤੰਗ ਕਰਦਾ, ਮੈਂ ਕੀ ਕਰਾਂ? ਉਹਨੇ ਕਿਹਾ ਜੀ ਤੰਗ ਕਰਦਾ ਫਲਾ ਕਰਦਾ, ਕਹਿੰਦੇ ਮੇਰੀ ਤਾਂ ਸ਼ਾਦੀ ਐਡੀ ਮੁਸ਼ਕਿਲ ਦੇ ਨਾਲ ਹੋਈ ਹੈ ਤੇ पहले इतनी मुश्किल थी? पहले एडी मुश्किल ना शादी होती, मैं किस तरह करा, कोई मैनू हालत दस। तो बहरहाल वो 6 महीने, साल, 2 साल, इस तरह 3 साल 4 साल चलते रहे। बहरहाल वो आखिर आके उन्हें तंग आ गई, उन्हें कहा जी एक ना वकील हैगा भी ते ओहदे कोल तू चली जा। अच्छा, उस वकील दे नाल यार दोस्त भी हुंदे ने, कोई कमरे च बैठे, कोई क्लाइंट आवे। एक ना दोस्त बैठा सी, वो कोई केमिस्ट्री का सी। सही है। ਤੇ ਉਹਨੇ ਨਾ ਮਤਲਬ ਹੈ ਕਿ ਉਹ ਵਕੀਲ ਨੂੰ ਦੱਸਿਆ ਇਸ ਤਰ੍ਹਾਂ ਮੇਰੀ ਗੱਲ ਹੈ ਤੇ ਉਹ ਰੋਤ ਹੋ ਕੇ ਜਿਸ ਤਰ੍ਹਾਂ ਵੀ ਹੋਇਆ। ਤੇ ਵਕੀਲ ਵੈਸੇ ਅੱਛਾ ਸੀ, ਨੇਸ ਕੀ। ਉਹਨੇ ਕਿਹਾ ਜੀ ਮੈਂ ਤੇ ਮੇਰੀ ਤੇ ਇੰਨੀ ਫੀਸ ਸੀਗੀ ਹੈ, ਤੁਸੀਂ ਕਿਸ ਤਰ੍ਹਾਂ ਅਫੋਰਡ ਕਰੋਗੇ? ਉਹਨੇ ਬੜੇ ਤਰਲੇ ਮਿੰਨਤਾਂ ਕਰੇ ਕਿ ਤੁਹਾਡੀ ਮਿਹਰਬਾਨੀ ਕੀ, ਤੁਸੀਂ ਨਾ ਮੇਰਾ ਇਸ ਤਰ੍ਹਾਂ ਮਸਲਾ ਹੱਲ ਕਰਵਾ ਦਿਓ। ਅੱਛਾ, ਉਹ ਜਿਹੜਾ ਸੀ ਨਾ ਉਹਦੇ ਨਾਲ ਇੱਕ ਦੋਸਤ ਪੈਸਾ ਸੀ, ਉਹ ਕੈਮਿਸਟਰੀ ਦਾ ਸੀ। ਹਾਂ, ਕੈਮਿਸਟਰੀ ਦਾ ਸੀ, ਯਾਨੀ ਕਿ ਦਵਾਈਆਂ ਸ਼ਵਾਈਆਂ ਦਾ ਕੰਮ ਕਰਦਾ ਸੀ। ਅੱਛਾ, ਜਦੋਂ ਉਹਨੇ ਦੇਖਿਆ ਨਾ ਤੇ ਉਹਨੂੰ ਨਾ ਬੜੀ ਉਹ ਪਸੰਦ ਆਈ ਤੇ ਉਹਦੀ ਗੱਲਾਂ ਸੁਣ ਕੇ ਕਹਿੰਦਾ ਜੀ ਆਪਕੀ ਖਾਲਾ ਜਮੀਲਾ? ਹਾਂ, ਖਾਲਾ ਜਮੀਲਾ ਦੀ। ਉਹ ਦੇਖਣ ਨੂੰ ਬੜਾ ਖੂਬਸੂਰਤ ਸੀ, ਰੰਗ ਲਾਲ ਸੁਰਖ ਸੀ ਤੇ ਗੱਲਬਾਤ ਵੀ ਅੱਛੇ ਤਰੀਕੇ ਨਾਲ ਕਰਦੀ ਸੀ, ਸਿਆਣੇ ਤਰੀਕੇ ਨਾਲ ਕਰਦੀ ਸੀ। ਉਹਨੇ ਕਿਹਾ ਜੀ ਚਲੋ ਠੀਕ ਹੈਗਾ ਵੇ। ਉਹਨੇ ਨਾ ਕੈਮਿਸਟ ਉਹਨੂੰ ਕਿਹਾ ਯਾਰ ਤੂੰ ਇਹਦਾ ਨਾ ਕੋਈ ਕੰਮ ਕਰ ਦੇ, ਤੇਰੀ ਮਿਹਰਬਾਨੀ ਹੈਗੀ ਹੈ ਤੇ ਫੀਸ ਵੀ ਮੈਂ ਦੇ ਦਵਾਂਗਾ ਤੂੰ। ਉਹ ਕਹਿੰਦਾ ਯਾਰ ਐਸੀ ਗੱਲ ਨਹੀਂ, ਤੂੰ ਮੇਰਾ ਯਾਰ ਹੈਗਾ ਮੈਂ, ਸਹੀ 1000 ਰੁਪਏ ਕਮਾਨੇ ਆ ਤੇ ਇੱਕ ਕੇਸ केमिस्ट ने उनकी सिफारिश की? हाँ जी, तू कर दे। अच्छा, ਉਹਨੇ ਕਿਹਾ ਚਲੋ ਠੀਕ ਹੈ। ਉਹ ਫਿਰ ਕੇਸ ਲੱਗਦਾ ਗਿਆ। ਉਹ ਜਿਹੜਾ ਸੀ ਨਾ ਕੈਮਿਸਟ, ਉਹ ਵੀ ਜਿਸ ਦਿਨ ਤਾਰੀਖ ਹੁੰਦੀ ਸੀ ਚਲਾ ਜਾਂਦਾ ਸੀ। ਅੱਛਾ। ਅਖੀਰ ਆ ਕੇ ਨਾ ਉਸਕੋ ਉਹ ਪਸੰਦ ਕਰਨੇ ਲੱਗ ਗਿਆ ਥਾ? ਹਾਂ ਜੀ, ਉਹਨੂੰ ਆਪਣਾ ਪਸੰਦ ਕਰਨ ਲੱਗ ਪਿਆ ਸੀ। ਅੱਛਾ। ਤੇ ਉਹਨੇ ਦੱਸਿਆ ਯਾਰ ਇਹਦਾ ਇੱਕ ਮੁੰਡਾ ਵੀ ਹੈਗਾ, ਤੁਸੀਂ ਕਹਿੰਦਾ ਯਾਰ ਮੈਨੂੰ ਨਾ ਪਸੰਦ ਹੀ ਗਈ ਹੈ, ਤੁਸੀਂ ਮੈਨੂੰ ਇਹਦੀ ਸ਼ਾਦੀ ਕਰਵਾਓ। ਮੈਨੂੰ ਅੱਛੀ ਲੱਗੀ ਹੈ। ਕਿਉਂਕਿ ਉਹਦੀ ਗੁਫ਼ਤਗੂ ਜਿਹੜੀ ਸੀ ਨਾ ਬੜੀ ਸੋਬਰਾਨਾ ਗੁਫ਼ਤਗੂ ਸੀ ਔਰ ਬੜੀ ਅੱਛੀ ਤਰ੍ਹਾਂ ਨਾਲ ਬੋਲਦੀ ਸੀ। ਸਹੀ। ਉਹਨੇ ਕਿਹਾ ਚਲੋ ਠੀਕ ਹੋ ਗਿਆ। ਉਹ ਜੀ ਉਹ ਉੱਥੋਂ ਖੁਲਾ ਲਲਤੀ ਔਰ ਕੋਈ ਸਾਲ ਜਾਂ 6 ਮਹੀਨੇ ਨਾ ਉਸ ਤਰ੍ਹਾਂ ਹੀ ਉਹ ਪਹਿਲੇ ਸੋਚਦੀ ਰਹੀ। ਉਹਨੇ ਪੈਗਾਮ ਭੇਜਿਆ, ਕੈਮਿਸਟ ਨੇ ਪੈਗਾਮ ਭੇਜਿਆ। ਉਹ ਵਕੀਲ ਵੀ ਮਤਲਬ ਘਰ ਸਿਸਟਮ ਹੋ ਗਿਆ, ਜਿਵੇਂ ਜਦੋਂ ਇਹ ਕੰਮ ਹੁੰਦਾ ਨਾ ਫਿਰ ਬਿਲਕੁਲ ਇਹ ਨਾ ਘਰੇਲੂ ਸਿਸਟਮ ਚੱਲ ਜਾਂਦਾ, ਕਿਉਂਕਿ ਉਹ ਕਲਾਇੰਟ ਹੁੰਦਾ ਨਾ ਤੇ ਉਹ ਕਲਾਇੰਟ ਦਾ ਉਹਨੂੰ ਹਰ ਗੱਲ ਦਾ ਪਤਾ ਹੁੰਦਾ ਵੇ। ਸਹੀ ਹੈ। ਤੇ ਉਹਨੇ ਕਿਹਾ ਚਲੋ ਠੀਕ ਹੈ। ਸਾਲ ਕੇ ਬਾਅਦ ਨਾ ਉਹਨੇ ਕਿਹਾ ਚਲੋ ਉਹ ਮਾਂ ਦੇ ਘਰ ਆ ਗਈ ਸੀ। ਉਹ ਤੇ ਜ਼ਾਹਿਰ ਹੈ ਕਿ ਜਦੋਂ ਮਾਂ ਬਾਪ ਦੇ ਘਰ ਆਵੇ ਤੇ ਇਹਨੂੰ ਆਪਣਾ ਭਰਜਾਈਆਂ ਵੀ ਹੁੰਦੀਆਂ ਨੇ ਤੇ ਸਾਰੇ ਮਸਾਇਲ ਹੋ ਜਾਂਦੇ ਨੇ ਤੇ ਉਹ ਕੁਦਰਤੀ ਤੌਰ ਦੇ ਉੱਤੇ ਨਾ ਉਹਦੇ ਨਾਲ ਨਾ ਉਹ ਸ਼ਾਦੀ ਹੋ ਜਾਂਦੀ। अच्छा, शादी हो जाती है? शादी हो जाती है। केमिस्ट रिश्ता वकील के हाथ भिजवाता है?
ਵਕੀਲ ਜਿਹੜਾ ਨਾ ਉਹ ਵੱਡਾ ਭਰਾ ਬਣ ਜਾਂਦਾ ਨਾ। ਅੱਛਾ ਤੇ ਉਹ ਦੋਸਤ ਹੁੰਦੇ ਨੇ ਬਚਪਨ ਦੇ ਦੋਸਤ। ਉਹ ਕਹਿੰਦਾ ਚਲੋ ਮੈਂ ਤੁਹਾਡਾ ਕੰਮ ਕਰਾ ਮੈਂ ਤੇਰਾ ਕੰਮ ਕਰਾ ਦੇਣਾ। ਉਹ ਰਿਸ਼ਤਾ ਹੋ ਗਿਆ, ਸ਼ਾਦੀ ਹੋ ਜਾਂਦੀ ਹੈ। ਸ਼ਾਦੀ ਹੋਈ ਹੈ। ਜਦੋਂ ਸ਼ਾਦੀ ਹੋ ਗਈ ਨਾ ਤੇ ਕੁਦਰਤੀ ਤੌਰ ਦੇ ਉੱਤੇ ਉਹ ਕੈਮਿਸਟ ਦੇ ਨਾ ਤਰੱਕੀ ਕਰਨ ਚੱਲਣ ਨਾਲ ਬਰਕਤ ਹੋਣ ਲੱਗੀ। ਹੱਤਾ ਕਿ ਕਰਦਾ ਉਹਨਾਂ ਨੇ ਆਪਣੀ ਛੋਟੀ ਜਿਹੀ ਫੈਕਟਰੀ ਬਣਾ ਲਈ ਦਵਾਈਆਂ ਦੀ। ਅੱਛਾ, ਦਵਾਈਆਂ ਦੀ ਫੈਕਟਰੀ ਬਣਾ ਲਈ। ਫਿਰ ਉਹ ਬਾਅਦ ਉਹਦੇ ਬਾਅਦ ਨਾ ਉਹਨੇ ਇਲੈਕਸ਼ਨ ਵੀ ਲੜਿਆ ਸੀ। ਅੱਛਾ, ਹਾਂਜੀ। ਤੇ ਉਹ ਨਾ ਫਿਰ ਉਹਦਾ ਬੇਟਾ ਸੀ, ਉਹ ਬੇਟਾ ਵੀ ਹੋਇਆ। ਫਿਰ ਉਸ ਤੋਂ ਬਾਅਦ 3 ਬੇਟੇ ਹੋਰ ਹੋਏ ਮਾਸ਼ਾਅੱਲਾ। ਉਹ 3 ਬੇਟੇ ਹੋਏ, ਉਹਨਾਂ ਨੇ ਹੋਰ ਪੜ੍ਹਾਈ। ਜਿਹੜਾ ਵੱਡਾ ਬੇਟਾ ਸੀ ਇਹਦਾ ਸੀ ਨਾ ਆਪਣਾ ਪਹਿਲੀ ਉਹ ਉਹਨਾਂ ਨੇ ਜਨਾਬ ਲੰदन पे छड़िया पढ़ा पढ़ू के। जो केमिस्ट है उन्होंने? हाँ जी। अच्छा, बड़ी बात है दोस्तों, ये देखें ये होते हैं आके वाह वाह। ਤੇ ਉਹਨਾਂ ਨੇ ਜਨਾਬ ਉਹ ਲੰਦਨ ਭੇਜ ਛੜਿਆ। ਉੱਥੇ ਜਨਾਬ ਪੜ੍ਹਾਈ ਪੜੂਈ ਕਰਕੇ ਆਇਆ। ਫਿਰ ਇੱਥੇ ਮਤਲਬ ਹੈ ਕਿ अपना डिफेंस ਵਿੱਚ ਉਹਨਾਂ ਨੇ ਜ਼ਮੀਨ लीती, कोठी लीती। यानी कि दिना चिना हर चीज चेंज हो गई। मतलब वो जो आपकी खाला जमीला है उनके जो कदम है उस घर के लिए बरकत वाले बन गए। ਫਿਰ ਹੈ ਕਿ ਉਹਦੀ ਪਹਿਲੀ ਬੀਵੀ ਵੀ ਸੀ, ਉਹਨੇ ਜਨਾਬ ਉਸ ਨਾਲ ਉਹਦੇ ਨਾਲ ਵੀ ਉਹਨਾਂ ਸਲੂਕ ਕੀਤਾ। ਹਾਂਜੀ, ਉਹਦੇ ਨਾਲ ਵੀ ਉਹਨਾਂ ਸਲੂਕ ਕੀਤਾ ਤੇ ਇਹਦੇ ਨਾਲ ਵੀ ਇਸ ਤਰ੍ਹਾਂ। लेकिन क्योंकि ਉਹ ਤਾਂ ਨਾ ਉਤਨੋਂ औलाद नहीं की थी। अच्छा, पहली बीवी की तरफ से औलाद नहीं थी। वो इधर से 3 बेटे हो गए। हाँ, इधर से 3 बेटे हो गए, बिल्कुल 3 बेटे हुए और बड़े लायक फाइक बेटे हुए। और ये मतलब एक पढ़ाई भी करते थे। उस बाद है कि होया जी अपना खाला जमीला जिहड़ी है ਉਹ ਗੱਡੀਆਂ ਕੋਠੀਆਂ ਦੀ ਮਾਲਕ ਹੋ ਗਈ। ਤੇ ਉਹ ਮੇਰਾ ਕਹਿਣ ਦਾ ਮਕਸਦ ਇਹ ਹੈਗਾ ਵੇ ਕਿ ਦੇਖੋ ਅੱਲਾਹ ਤਾਲਾ ਦੇ ਜਿਹੜੇ ਫੈਸਲੇ ਜਾਂ ਹੁੰਦੇ ਨੇ ਨਾ ਉਹ ਸਾਨੂੰ ਨਹੀਂ ਸਮਝ ਆਉਂਦੀ। ਉਸ ਵਕਤ ਉਹਨਾਂ ਦੇ ਘਰ ਵਿੱਚ ਬੜੀ ਲੜਾਈ ਹੋ ਗਈ ਕਿ ਦੂਸਰੀ ਸ਼ਾਦੀ ਕਰਦੀ ਪਈ, ਇਹ ਕਰਦੀ ਹੈ, ਮਾਮੇ ਵੱਖਰੇ ਹੋ ਗਏ, ਚਾਚੇ ਵੱਖਰੇ ਹੋ ਗਏ कि ला एक घर ते वसी नहीं तुम दूजे घर के सलाम बड़ी हमारा बढ़ता मुआशरा ऐसा ना। जी बच्चियों को ऐसी बातें सुननी पड़ती हैं। हाँ, तो वो फिर ऐसा है कि जो सही हो गए थे सारे मामे चाचे उन्होंने घर आने लग पे, चावां चलने लग पईयां, खाने चलने लग पे। वो पैसा आ गया ना, पैसा आ गया, वो बच्ची सेटल हो गई। खाला जमीला दी भी शक्ल चेंज हो गई, वो मतलब अच्छा बड़ी खूबसूरत हो गई। लेकिन उन्होंने ना बड़ी अच्छी तरह अपनी जिंदगी गुजारी। अच्छा, मुझे ये बताएं जी अभी वो हयात है? नहीं, वो ना 2 साल हो गए। अच्छा, उनकी डेथ हो गई है। तो बच्चे तो हैं ना? हाँ, बच्चे बुच्चे सारे हैं। तो वो वीडियो देखेंगे। हमने कोई ऐसी बात नहीं की इस वीडियो में ऐसी, मतलब हमने तो उनका एक ब्रेव डिसीजन ही बताया है आवाम को कि इंसान जो अपना डिसीजन लेंदा वे या कोई फैसला करदा ना वो खुदा दे उत्ते छड़ देना चाहिए। बिल्कुल ਜਦੋਂ ਤੁਸੀਂ ਕੋਈ ਫੈਸਲਾ ਕਰੋ ਉਹ अल्लाह दे सुपुर्द कर दियो। अल्लाह ताला बनो या अल्लाह ताला बेहतर करे। दोस्तों, मुझे ये पूरी व्हाट्सएप की ये जो खाला है इनके कहानी सुन के मतलब ये सीखने को मिल रहा है कि ख़ास तौर पे जैसे बरसा बता रहे थे कि इनकी खाला जमीला की एज ज़्यादा होती जा रही थी, शादी नहीं हो रही थी। और फिर जहाँ शादी हुई वो उनसे 3, 4, 5 साल छोटा था लड़का, तो वो कोई काम भी नहीं करता था। वहाँ की सारी बात है, घर वाले भी कह रहे थे एज ज़्यादा हो रही है, तो उन्होंने कहा चलो बच्चा लड़का काम कोई नहीं करता, फिर भी उनकी शादी कर दी। तो वो ज़्यादा देर शादी नहीं चल सकी। वो जाहिर बात है, जो बंदा कुछ करेगा ही नहीं तो वो अपनी बीवी को कैसे रखेगा, उसके खर्चे कैसे पूरे करेगा। तो फिर यहाँ तक नौबत आ गई कि उसने मारना शुरू कर दिया, ठीक है, इनकी खाला को। तो दोस्तों देखिए, मतलब मुझे तो इनका डिसीजन बहुत अच्छा लगा इनकी खाला का कि उन्होंने कहा कि नहीं मैंने यहाँ नहीं रहना। उन्होंने तलाक ले ली। बिल्कुल, कि अपनी ज़िंदगी तबाह करने से बेहतर उन्होंने कहा नहीं अलहदगी अच्छी चीज़ है। और देखिए दोस्तों, जब उन्होंने बरसा वाली बात जब उन्होंने फैसला कर लिया कि नहीं मैंने तलाक ही लेनी है, मैंने खुला लेनी है, तो उसके बाद देखिए अल्लाह ताला ने उनके लिए कैसी एक जगह रखी हुई थी जहाँ पे उनकी ज़िंदगी के लिए आसानियाँ थी। वहाँ 3 बेटे भी हो गए और पहला बेटा। हाँ जी। तो दोस्तों, जितनी ऐसे लोगों के साथ अल्लाह न करे किसी के साथ ऐसे मसाइल हो, अगर किसी के साथ ऐसे मसाइल हो तो हमारी राय तो यही है दोस्तों कि एक जगह पे बैठ के अपनी ज़िंदगी ख़राब करने से बेहतर है कोई अच्छा रास्ता चुना जाए, कोई अच्छा फैसला किया जाए। दोस्तों, वो ख़वातीन हो या मर्द हो, दोस्तों सारे इंसान हैं। तो जहाँ पे आपको लगे किसी इंसान की तजलील हो रही है या उसकी ज़िंदगी में आसानी नहीं है या उसको परेशानियाँ इस जगह से मिल रही हैं, तो मेरी तो राय ये है कि उस जगह से क्विट कर जाना चाहिए, क्योंकि अल्लाह की बनाई हुई ज़िंदगी बड़ी खूबसूरत है दोस्तों। तो इस ज़िंदगी को एंजॉय करना चाहिए। देखिए जैसे कि खाला ने डिसीजन लिया। दोस्तों, ये जो भट्ट साहब ने आपके साथ कहानी शेयर की, इस हवाले से आपकी क्या राय है आपने कमेंट्स बॉक्स में ज़रूर लिखनी है। वीडियो अच्छा लगा हो तो लाइक कीजिएगा, सब्सक्राइब कीजिएगा और कमेंट्स बॉक्स में अपनी राय का इज़हार करना ना भूलिएगा। अपना बहुत सा ख्याल रखिएगा और हमें दुआ में याद रखिएगा। अस्सलाम वालेकुम। आखिरी जी मैं गल अपने यार दोस्त सज्जन बेलियां कहना चाहना वा
कि अगर ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਅਗਰ ਤੁਸੀਂ ਮੁਤਮਿਨ ਨਹੀਂ ਤੇ ਆਪਣੀ ਜਗ੍ਹਾ ਚੇਂਜ ਕਰ ਲਓ, ਹਿਜਰਤ ਕਰ ਲਵੋ। ਹਿਜਰਤ ਵੀ ਇਸਲਾਮ ਵਿੱਚ ਜਾਇਜ਼ ਹੈ, ਹਿਜਰਤ ਕਰੋਗੇ ਤੇ ਹਾਲਾਤ ਕਾਰੋਬਾਰ ਚੇਂਜ ਹੋ ਜਾਂਦੇ ਨੇ, ਬਦਲ ਜਾਂਦੇ ਨੇ। ਤੇ ਯਾਰ ਦੋਸਤ ਸੱਜਣ ਮਿਲਣ ਨੂੰ ਇਹੋ ਜਿਹੀ ਕਹਾਣੀ ਅਗਰ ਪੇਸ਼ ਆਈ ਹੋਵੇ ਤੇ ਸਾਡੇ ਨਾਲ ਸ਼ੇਅਰ ਕਰੋ, ਅਸੀਂ ਵੀ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਹੂਬਹੂ ਇਸ ਤਰ੍ਹਾਂ ਪੇਸ਼ ਕਰਾਂਗੇ। ਹੁਣ ਇਨਸ਼ਾ ਅੱਲਾਹ ਤਾਲਾ ਫਿਰ ਨਵੇਂ ਇੱਕ ਮੌਜੂ ਨਾਲ ਮਿਲਾਂਗੇ। और मेरे यार दोस्त सज्जन बेले जोड़े हांगकांग, ताइवान, सिंगापुर, कोरिया, चाइना, सऊदी अरब, दुबई, इंडोनेशिया, USA, आस्ट्रेलिया जिथे भी रहते हैं वो साढ़े ना अपने मुल्क का नाम लिखन और साड़ी फिल्म कैसी लगी, अगर अच्छी है तो अप्रीशिएट करन, अगर ऐसी कोई गलती कोताही है तो सानू कमेंट्स दसन भी इस तरह नहीं, इस तरह तसली कर रही है असी। फिर इंशाल्लाह ताला मिलते हैं थोड़ी सी ब्रेक के बाद। दोस्तों ऐसी कहानियाँ सुनाने का हमारा मकसद सिर्फ यही होता है, जैसे भट्ट साहब ने भी अभी कहा कि अगर आपके साथ भी ऐसा कोई वाक़या है, कोई ऐसी कहानी आपके पास भी है जो सच्ची कहानी है, उसको हमारे साथ लाजमी शेयर कीजिए ताकि हम उस कहानी को आवाम तक लेके आएँ, आवाम तक पहुँचाएँ, ताकि उस कहानी से और ऐसे लोग जो ऐसे मसाइल का शिकार हैं उनको मोटिवेशन मिले, उनको कुछ सीखने का मौका मिले। सो दोस्तों ये था हमारा आज का वीडियो। अस्सलाम वालेकुम।